हेलो बच्चों, पिछली वीडियोस ਦੇ ਵਿੱਚ ਆਪਾਂ ਨੇ ਗੌਸ ਥਿਊਰਮ ਬਾਰੇ ਪੜ੍ਹਿਆ ਸੀਗਾ। ਉਸ ਦੀਆਂ ਬਹੁਤ ਸਾਰੀਆਂ ਐਪਲੀਕੇਸ਼ਨਸ ਨੇ ਗੌਸ ਥਿਊਰਮ ਦੀਆਂ, ਜਿਵੇਂ ਕਿ ਪੁਆਇੰਟ ਚਾਰਜ ਕਰਕੇ ਇਲੈਕਟ੍ਰਿਕ ਫੀਲਡ ਪਤਾ ਕਰਨਾ, ਲੀਨੀਅਰ ਚਾਰਜ ਡਿਸਟ੍ਰੀਬਿਊਸ਼ਨ ਕਰਕੇ ਇਲੈਕਟ੍ਰਿਕ ਫੀਲਡ ਪਤਾ ਕਰਨਾ ਹੋਵੇ ਆਪਾਂ ਕਿਸੇ ਪੁਆਇੰਟ ਤੇ, ਜਾਂ ਪਲੇਨ ਸ਼ੀਟ ਹੋਵੇ ਕੋਈ ਆਪਣੇ ਕੋਲ ਉਸ ਦੇ ਕਰਕੇ ਕਿਸੇ ਪੁਆਇੰਟ ਤੇ ਇਲੈਕਟ੍ਰਿਕ ਫੀਲਡ ਪਤਾ ਕਰਨਾ ਹੋਵੇ, ਜਾਂ ਕੋਈ ਸਫੈਰਿਕਲ ਸ਼ੈਲ ਹੋਵੇ, ਹੋਲੋ ਸਫੀਅਰ ਕਹਿੰਦੇ ਨੇ ਜਿਹਨੂੰ ਆਪਾਂ, ਉਸ ਦੇ ਕਰਕੇ ਕਿਸੇ ਪੁਆਇੰਟ ਤੇ ਇਲੈਕਟ੍ਰਿਕ ਫੀਲਡ ਪਤਾ ਕਰਨਾ ਹੋਵੇ ਤਾਂ ਆਪਾਂ ਉੱਥੇ ਗੌਸ ਥਿਊਰਮ ਅਪਲਾਈ ਕਰਦੇ ਹਾਂ। ਇਹਨਾਂ ਸਾਰੀਆਂ ਐਪਲੀਕੇਸ਼ਨ ਦੇ ਵਿੱਚ ਆਪਾਂ ਇਸ ਵੀਡੀਓ ਦੇ ਵਿੱਚ ਆਪਾਂ ਅੱਜ ਗੱਲ ਕਰਾਂਗੇ ਫਸਟ ਐਪਲੀਕੇਸ਼ਨ ਗੌਸ ਥਿਊਰਮ ਦੀ, ਜੋ ਕਿ ਹੈ ਟੂ ਫਾਈਂਡ ਦਾ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਐਟ ਅ ਪੁਆਇੰਟ ਡਿਊ ਟੂ ਅ ਇਨਫਾਈਨਾਈਟ ਲੌਂਗ ਸਟ੍ਰੇਟ ਵਾਇਰ। ਇਨਫਾਈਨਾਈਟ ਲੈਂਥ ਦੀ ਕੋਈ ਚਾਰਜ ਵਾਇਰ ਹੈ ਜਾਂ ਚਾਰਜ ਲੀਨੀਅਰ ਡਿਸਟ੍ਰੀਬਿਊਸ਼ਨ ਹੈ, ਜਿਸ ਕਰਕੇ ਆਪਾਂ ਕਿਸੇ ਪੁਆਇੰਟ ਤੇ ਇਲੈਕਟ੍ਰਿਕ ਫੀਲਡ ਪਤਾ ਕਰਾਂਗੇ ਬਾय ਯੂਜ਼ਿੰਗ ਦਾ ਗੌਸ ਥਿਊਰਮ। ਇਹ ਆਰਟੀਕਲ 3 ਨੰਬਰ ਦੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਫॉर ਬੋਰਡ ਐਗਜ਼ਾਮੀਨੇਸ਼ਨ ਵਾਸਤੇ, +2 ਵਾਸਤੇ। ਤਾਂ ਇਸ ਟੌਪਿਕ ਨੂੰ ਸਮਝਣ ਦੇ ਲਈ ਤੁਸੀਂ ਬਣੇ ਰਹੋ ਇਸ ਵੀਡੀਓ ਦੇ ਵਿੱਚ। ਤੁਸੀਂ ਦੇਖ ਰਹੇ ਹੋ ਫਿਜ਼ਿਕਸ ਬਾय ਸਿੱਧੂ ਸਾਹਿਬ। ਇਸ ਟੌਪਿਕ ਨੂੰ ਕਰਨ ਦੇ ਲਈ ਸਭ ਤੋਂ ਪਹਿਲਾਂ ਆਪਾਂ ਅਸਿਊਮ ਕਰਾਂਗੇ ਕਿ ਇਨਫਾਈਨਾਈਟਲੀ ਚਾਰਜਡ ਥਿਨ ਰॉड ਜਾਂ ਵਾਇਰ ਕਹਿ ਲਓ, ਪਤਲੀ ਕੋਈ ਤਾਰ ਦੀ ਤਰ੍ਹਾਂ ਹੁੰਦੀ ਹੈ, ਠੀਕ ਹੈ। ਉਸ ਤੇ ਮੰਨ ਲਓ ਚਾਰਜ ਹੈ, ਇਸ ਤਰ੍ਹਾਂ ਆਪਾਂ ਅਸਿਊਮ ਕਰ ਲੈਂਦੇ ਹਾਂ। ਮੰਨ ਲਓ ਆਹ ਵਾਲੀ ਹੈ ਇਨਫਾਈਨਾਈਟ ਲੈਂਥ ਦੀ ਲੌਂਗ ਥਿਨ ਸਟ੍ਰੇਟ ਵਾਇਰ ਜਾਂ ਥਿਨ ਚਾਰਜਡ ਰॉड। ਮੰਨ ਲਓ ਇਸ ਤੇ ਚਾਰਜ ਹੈ ਪੋਜ਼ਿਟਿਵ, मान लो ये पॉजिटिवली चार्ज है रॉड, ठीक है। इसकी लेंथ तो इनफाइनाइट है वैसे, पर ਆਪਾਂ ਆਰਟੀਕਲ ਨੂੰ ਪ੍ਰੂਫ ਕਰਨ ਦੇ ਲਈ ਇਹਦੀ ਲੈਂਥ L ਦੇ ਉੱਪਰ ਗੌਸੀਅਨ ਸਰਫੇਸ ਬਣਾਵਾਂਗੇ, ਜਿਸ ਦੇ ਵਿੱਚ ਆਪਾਂ Q ਚਾਰਜ ਇਨਕਲੋਜ਼ ਕਰਾਂਗੇ ਤਾਂ ਕਿ ਆਪਣੀ ਗੌਸ ਥਿਊਰਮ ਅਪਲਾਈ ਹੋ ਸਕੇ ਤੇ ਆਪਾਂ ਵੈਰੀ ਸਿੰਪਲ ਤਰੀਕੇ ਦੇ ਨਾਲ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਪਤਾ ਕਰ ਸਕੀਏ। ਆਪਾਂ ਸਟਾਰਟ ਕਰ ਦੇਂਗੇ। ਕੀ ਕਰਨਾ ਆਪਾਂ, ਕੰਸੀਡਰ ਅ ਗੌਸੀਅਨ ਸਰਫੇਸ ਜਾਂ ਡਰਾ ਅ ਗੌਸੀਅਨ ਸਰਫੇਸ around the wire ਆ ਇੱਕ ਆਪਾਂ ਗੌਸੀਅਨ ਸਰਫੇਸ ਡਰਾ ਕੀਤਾਗਾ। ਇਹ ਗੌਸੀਅਨ ਸਰਫੇਸ ਡਰਾ ਕਰਕੇ ਆਪਾਂ ਨੇ ਕੀ ਕਰਨਾ, ਇਹ ਗੌਸੀਅਨ ਸਰਫੇਸ ਡਰਾ ਆਪਾਂ ਨੇ ਉਸੇ ਪੁਆਇੰਟ ਵਿੱਚ ਦੀ ਕਰਨਾ ਜਿੱਥੇ ਆਪਾਂ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਪਤਾ ਕਰਨਾ ਚਾਹੁੰਦੇ। ਮੰਨ ਲਓ ਆਪਾਂ ਇਸ P ਪੁਆਇੰਟ ਤੇ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਪਤਾ ਕਰਨਾ ਚਾਹੁੰਦੇ ਹਾਂ ਇਸ ਰੌਡ ਕਰਕੇ ਜਾਂ ਇਸ ਚਾਰਜ ਥਿਨ ਰॉड ਕਰਕੇ। ਕੰਟੀਨਿਊਅਸ ਕੇਸ ਆ, ਠੀਕ ਹੈ। ਕੰਟੀਨਿਊਅਸ ਚਾਰਜ ਡਿਸਟ੍ਰੀਬਿਊਸ਼ਨ ਆਪਾਂ ਇਹਦੇ ਬਾਰੇ ਪਹਿਲਾਂ ਪੜ੍ਹਿਆ ਹੋਇਆ। ਤਾਂ ਹੁਣ ਇਸ ਲੀਨੀਅਰ ਚਾਰਜ ਦਾ ਰॉड ਕਰਕੇ ਆਪਾਂ P ਪੁਆਇੰਟ ਦੇ ਇਲੈਕਟ੍ਰਿਕ ਫੀਲਡ ਪਤਾ ਕਰਨਾ ਚਾਹੁੰਦੇ ਹਾਂ। ਇਹ ਮੰਨ ਲਓ P ਪੁਆਇੰਟ ਜੋ ਹੈ ਇਸ ਤੋਂ r ਡਿਸਟੈਂਸ ਤੇ ਪਿਆ ਹੈ, ਠੀਕ ਹੈ। ਇਹ ਆਪਾਂ ਮੰਨ ਲਿਆ। ਹੁਣ ਜੋ ਆਪਾਂ ਨੇ ਗੌਸੀਅਨ ਸਰਫੇਸ ਡਰਾ ਕੀਤਾ ਹੈ P ਪੁਆਇੰਟ ਵਿੱਚ ਦੀ ਲੰਘਦਾ ਹੋਇਆ, ਠੀਕ ਹੈ, ਉਸ ਨੂੰ ਉਸ ਦੇ ਵਿੱਚ ਦੀ ਲੰਘਦਾ ਹੋਇਆ, ਜੋ ਇਸ ਦੀ ਲੈਂਥ ਹੈ, जो ਆਪਾਂ ਸਿਲੰਡਰੀਕਲ ਸ਼ੇਪ ਦਾ ਗੌਸੀਅਨ ਸਰਫੇਸ ਡਰਾ ਕੀਤਾ, ਇਹਦੀ ਲੈਂਥ ਮੰਨ ਲਓ L ਹੈ, ਠੀਕ ਹੈ। ਚਾਰਜ ਮੰਨ ਲਓ ਜੋ ਇਸ ਦਾ ਵਾਇਰ ਦਾ ਜੋ ਇਸ ਦੇ ਵਿੱਚ ਇਨਕਲੋਜ਼ ਹੋ ਰਿਹਾ ਹੈ ਉਸ ਚਾਰਜ, ਉਹ ਚਾਰਜ ਹੈ Q। ਤਾਂ ਆਪਾਂ ਨੇ ਪਹਿਲਾਂ ਪੜਿਆ ਹੋਇਆ ਕੰਟੀਨਿਊਅਸ ਚਾਰਜ ਡਿਸਟ੍ਰੀਬਿਊਸ਼ਨ ਵਾਸਤੇ ਕਿ ਜੋ ਕੰਟੀਨਿਊਅਸ ਕੋਈ ਲਾਈਨ ਲੀਨੀਅਰ ਚਾਰਜ ਹੁੰਦਾ ਉਹਦੀ ਕੀ ਹੁੰਦੀ ਹੈ, ਲੀਨੀਅਰ ਚਾਰਜ ਡੈਂਸਿਟੀ ਪਤਾ ਕਰਨੀ ਹੁੰਦੀ ਹੈ ਆਪਾਂ ਨੇ। ਤਾਂ ਇਸ ਵਾਇਰ ਦੀ ਜੋ ਲੀਨੀਅਰ ਚਾਰਜ ਡੈਂਸਿਟੀ ਹੈ लैम्बडा ਦੇ ਨਾਲ ਆਪਾਂ ਉਸ ਨੂੰ ਡਿਨੋਟ ਕਰਦੇ ਹਾਂ ਲੀਨੀਅਰ ਚਾਰਜ ਡੈਂਸਿਟੀ। ਉਹ ਹੁੰਦੀ ਹੈ ਟੋਟਲ ਚਾਰਜ ਪਰ ਯੂਨਿਟ ਲੈਂਥ। ਤਾਂ ਇਸ ਵਾਇਰ ਦੀ ਇੱਥੋਂ ਠੀਕ ਹੈ, ਟੋਟਲ ਵਾਇਰ ਦੀ ਜੋ ਲੀਨੀਅਰ ਚਾਰਜ ਡੈਂਸਿਟੀ ਹੈ ਉਹ ਹੈ लैम्बडा Q/L, ਠੀਕ ਹੈ। ਜੇ ਆਪਾਂ ਇੱਥੋਂ ਪਤਾ ਕਰਨਾ ਹੋਵੇ ਚਾਰਜ Q ਆ ਗਿਆ λ/L। ਇਹ ਆਪਾਂ ਪਹਿਲਾਂ ਹੀ ਪਤਾ ਕਰਕੇ ਰੱਖੋ। ਚਾਰਜ ਜੋ ਇਨਕਲੋਜ਼ਡ ਹੋ ਰਿਹਾ ਗੌਸੀਅਨ ਸਰਫੇਸ ਦੇ ਵਿੱਚ ਉਹ ਇੰਨਾ ਚਾਰਜ ਇਨਕਲੋਜ਼ ਹੋ ਰਿਹਾ ਹੈ, ਠੀਕ। ਹੁਣ ਆਪਾਂ ਅਪਲਾਈ ਕਰਾਂਗੇ ਗੌਸ ਥਿਊਰਮ। ਗੌਸ ਥਿਊਰਮ ਅਪਲਾਈ ਕਰਨ ਵੇਲੇ ਆਪਣੇ ਕੋਲ ਕੀ ਪਤਾ ਕਰਦੇ ਨੇ ਆਪਾਂ, ਫਲਕਸ। ਤਾਂ ਅਪਲਾਈ ਗੌਸ ਥਿਊਰਮ, ਟੋਟਲ ਇਲੈਕਟ੍ਰਿਕ ਫਲਕਸ ਇੰਟੀਗ੍ਰੇਸ਼ਨ ਹੈ, ਠੀਕ ਹੈ, E.ds is equal to total charge enclosed by epsilon naught। ਤਾਂ ਹੁਣ ਜੇ ਆਪਾਂ ਗੱਲ ਕਰੀਏ ਇਸ ਜੋ ਲੀਨੀਅਰ ਚਾਰਜ ਹੈ ਇਸ ਦੇ ਕਰਕੇ ਇਲੈਕਟ੍ਰਿਕ ਫੀਲਡ ਕਿੱਧਰ ਨੂੰ ਜਨਰੇਟ ਹੋਊਗਾ। ਇਲੈਕਟ੍ਰਿਕ ਫੀਲਡ ਕੀ ਹੈ, ਇਹ ਲੀਨੀਅਰ ਚਾਰਜ ਇਸ ਤਰ੍ਹਾਂ ਦਾ ਇਲੈਕਟ੍ਰਿਕ ਫੀਲਡ ਇਹਦੇ ਆਊਟਵਰਡ ਸਾਰੇ ਪਾਸੇ ਨੂੰ ਨਿਕਲੂਗਾ ਇਸ ਤਰ੍ਹਾਂ, ठीक है। इधर भी इधर भी इधर भी इधर भी चारे पासे इलेक्ट्रिक फील्ड लाइन से निकलनी है, ठीक है। जे मैं इत्थे बना के दिखावां, इत्थे बना के दिखा देना। मान लो आ लीनियर चार्ज है तो ये इधर भी इलेक्ट्रिक फील्ड इधर भी, ठीक है। इस तरह इलेक्ट्रिक फील्ड की डायरेक्शन होगी। ये मैं इलेक्ट्रिक फील्ड की डायरेक्शन की गल कर रहा हूं।
इस लीनियर चार्ज करके कोई भी इलेक्ट्रिक फील्ड लाइन इधर नहीं जाऊगी, ना जाऊगी इधर, ठीक है। ये गल ध्यान च रखिया। इसने किया सिर्फ ऊपर थल्ले इधर ਤੁਹਾਡੇ ਵੱਲ इधर है, ठीक है, सारे पासे ਨੂੰ ਜਾਣਗੇ इलेक्ट्रिक फील्ड लाइंस, बट ना इधर जाऊगी ना इधर जाऊगी, ठीक है। ਇਹਦੇ परपेंडिकुलर जाऊगी चारे पासे। ਤਾਂ ਇੱਥੇ ਵੀ ਆਪਣੇ ਕੋਲ ਕੀ ਹੈਗਾ, ਇਸ ਕਰਕੇ ਆਪਾਂ ਇਹਨੂੰ जो सिलेंड्रिकल सरफेस है, जो गॉसियन सरफेस है, ये हैगा गॉसियन सरफेस। इस दे तीन पासे नेगे जिन्हां विच दी इलेक्ट्रिक फील्ड लाइंस ਜਿਹੜੀਆਂ क्रॉस कर सकਦੀਆਂ ਨੇ, ठीक है। मान लो पहला फेस है ये वाला जो कर्व्ड है इस तरह, जो ठीक है आले दुआले वाला फेस है कर्व्ड सरफेस, ਇਹਨੂੰ ਆਪਾਂ ਕਹਿ ਸਕਦੇ ਹਾਂ 1। एक है इधर वाला पासा फर्स्ट फेस, इस दो सेकंड नंबर, इसਨੂੰ ਆਪਾਂ ਕਹਿ ਸਕਦੇ ਹਾਂ थर्ड नंबर। ਇਹ ਤਿੰਨ ਤਰ੍ਹਾਂ ਦੇ ਆਪਾਂ ਇਸ ਦੇ ਸਰਫੇਸ ਨੂੰ ਡਿਵਾਈਡ ਕਰ ਸਕਦੇ ਹਾਂ। ਇੱਕ ਤਾਂ ਸਰਫੇਸ ਹੋ ਗਿਆ ਇਹ ਵਾਲਾ ਸਰਕੂਲਰ, दूजा हो गया इधरला ढक्कन, तीजा हो गया इस वाला पासा या ये वाला ढक्कन। ਤਾਂ ਹੁਣ ਤਿੰਨਾਂ ਕਰਕੇ ਆਪਾਂ ਇਸ ਨੂੰ ਤਿੰਨ ਸਰਫੇਸ ਦੇ ਵਿੱਚ ਬ੍ਰੇਕ ਕਰ ਦਾਂਗੇ ਇਲੈਕਟ੍ਰਿਕ ਫੀਲਡ ਨੂੰ, ਟੋਟਲ ਫਲਕਸ ਨੂੰ। ਤਾਂ ਟੋਟਲ ਫਲਕਸ ਜਿਹੜੀ ਇਲੈਕਟ੍ਰਿਕ ਫੀਲਡ ਲਾਈਨ ਜਿਹਨੇ ਕ੍ਰਾਸ ਕਰ ਸਕਦੇ ਨੇ, ਤਿੰਨ ਫੇਸ ਵਿੱਚ ਦੀ ਕਰ ਸਕਦੇ ਨੇ। ਤਾਂ ਇਸ ਨੂੰ ਆਪਾਂ ਲਿਖਾਂਗੇ, ਪਹਿਲਾ ਹੈ E.ds1, ठीक है, प्लस E.ds2 प्लस E.ds3, ये बराबर हो गया क्यू अपॉन एप्सिलॉन नॉट के। ये है फर्स्ट सरफेस एरिया वास्ते, ये है सेकंड सरफेस एरिया वास्ते, ये है थर्ड सरफेस एरिया वास्ते, ठीक। हुण आपां फर्स्ट सरफेस एरिया यानी कि आ थर्ड सरफेस है जिस ते पॉइंट P है, इस करके इलेक्ट्रिक फील्ड दी जो डायरेक्शन है वो इस डायरेक्शन दे विच है। मैं ਤੁਹਾਨੂੰ पहले दस चुका कि इलेक्ट्रिक फील्ड सारे पासे जा रहे, ठीक है, ऊपर वाला। जो सेकंड फेस है ਇੱਥੇ भी इलेक्ट्रिक फील्ड ਦੀ डायरेक्शन ਤਾਂ यही है, थर्ड फेस ਤੇ भी इलेक्ट्रिक फील्ड ਦੀ डायरेक्शन यही है। ऊपर ਨੂੰ ਜਿਊ ਕਰ ਲਓ ਚਾਹੇ नीचे ਨੂੰ ਜਿਊ ਕਰ ਲਓ, आर्टिकल सॉल्व हो ही जाना, ठीक है। ਆਪਾਂ ਮੰਨ ਲਓ ऊपर वाली डायरेक्शन ਨੂੰ ਲੈ ਕੇ ਕਰ ਦੇंगे, ये डायरेक्शन ऑफ E है, नीचे ਨੂੰ भी डायरेक्शन हैगी है। ਤਾਂ ਹੁਣ जो फर्स्ट सरफेस है ਜਿਊ ਕੀਤਾ ਆਪਾਂ ਨੇ DS1, वो आ वाला ਮੰਨੇਗਾ DS1। ਤਾਂ DS1 ਦੀ ਜੋ डायरेक्शन है परपेंडिकुलर ਹੁੰਦੀ है, ठीक है, नॉर्मल ਹੁੰਦੀ है अपनी जो कर्व सरफेस है। ਤਾਂ इधर ਨੂੰ DS1 वेक्टर की डायरेक्शन भी यही है। दूजा ਜਿਹੜਾ ਆ ਵਾਲਾ ਸਰਫੇਸ ਹੈ प्लेन सरफेस है, प्लेन, ठीक है, पासा, ਇਸ ਦਾ ਜੋ DS वेक्टर है वो ਆਪਾਂ ਇੱਥੇ ਯੂਜ਼ ਕਰਾਂਗੇ DS2। ਇਸ ਦੀ डायरेक्शन ਕਿੱਧਰ ਨੂੰ ਆ, ਇੱਧਰ ਵਾਲੇ ਪਾਸੇ ਨੂੰ, ਇਸ ਦੇ ਨਾਰਮਲ। ਇੱਥੇ ਆਪਾਂ ਤੀਜਾ ਸਰਫੇਸ ਅਸਿਊਮ ਕਰਾਂਗੇ DS3, ਇਸ ਦੀ डायरेक्शन ਇਸ ਦੇ ਨਾਰਮਲ, ਕੋਈ ਵੀ ਪਲੇਨ ਹੈ ਜੋ ਉਸ ਦੇ ਨਾਰਮਲ ਹੁੰਦਾ DS ਵੈਕਟਰ। ਤਾਂ ਇਹ ਤਿੰਨ ਸਰਫੇਸ ਜੋ ਆਪਾਂ ਬਣਾਏ ਨੇ, ਠੀਕ ਹੈ, ਤਿੰਨਾਂ ਦੀ ਇੰਟੀਗ੍ਰੇਸ਼ਨ ਅਲੱਗ-ਅਲੱਗ ਆਪਾਂ ਸੋਲਵ ਕਰਾਂਗੇ ਤਾਂ ਕਿ ਆਪਣਾ ਫਾਈਨਲ ਆਨਸਰ ਆਏ। ਇਹਨੂੰ ਤਿੰਨ ਪਾਰਟਸ ਦੇ ਵਿੱਚ ਆਪਾਂ ਬ੍ਰੇਕ ਕਰ ਲਿਆ। ਹੁਣ ਜੋ ਫਸਟ ਪਾਰਟ ਹੈ, ਫਸਟ ਇੰਟੀਗ੍ਰੇਸ਼ਨ ਹੈ E.ds, ਇਸ ਦੀ ਫਲਕਸ ਜੋ ਕਿੰਨੀ ਹੈ, ਤਾਂ ਇੱਥੇ E ਤੇ ds ਦੇ ਵਿੱਚ ਐਂਗਲ ਹੈ 0 ਡਿਗਰੀ। ਤਾਂ ਆਪਾਂ ਇੱਥੇ ਪੁੱਟ ਕਰਾਂਗੇ E.ds cos 0 डिग्री फर्स्ट वास्ते, सेकंड वास्ते कितना का cos 90 डिग्री। देखो E वेक्टर इधर है, ds वेक्टर इधर है, तो एंगल कितना है ना दे विच 90 डिग्री। ऐसे तरह इधर भी 90 डिग्री। cos 90 डिग्री 0 ਹੁੰਦਾ, ਆ ਵੀ 0 ਹੋ ਗਿਆ, ਆ ਵੀ 0 ਹੋ ਗਿਆ। ਤਾਂ ਸਿਰਫ ਤੇ ਸਿਰਫ ਫਲਕਸ ਜੋ ਹੈ, ਕਿਉਂਕਿ ਜੋ ਇਲੈਕਟ੍ਰਿਕ ਫੀਲਡ ਹੈ ਇਹਦੇ ਨਾਰਮਲ ਨਹੀਂ ਲੰਘ ਰਹੀ, ਠੀਕ ਹੈ, ਇਹਦੇ ਪੈਰਲਲ ਲੰਘ ਰਹੀ, ਇਸ ਕਰਕੇ ਇਹਦੀ ਫਲਕਸ 0 ਹੋ ਗਈ, ਇਹਦੀ ਵੀ 0 ਹੋ ਗਈ। ਤਾਂ ਹੁਣ ਫਲਕਸ ਕੀ ਹੈ, ਸਿਰਫ ਇਸ ਦੀ, ਇਸ ਸਰਫੇਸ ਦੀ, ਜੋ ਕਰਵਡ ਸਰਫੇਸ ਹੈ, ਜੋ ਆਲੇ ਦੁਆਲੇ ਵਾਲਾ ਸਰਫੇਸ ਹੈ ਸਿਲੰਡਰ ਦਾ, ਉਹਦੇ ਵਿੱਚ ਦੀ ਇਲੈਕਟ੍ਰਿਕ ਫਲਕਸ ਪਾਸ ਹੋਣੀ ਹੈ, ਇਲੈਕਟ੍ਰਿਕ ਫੀਲਡ ਲੰਘਣਾਗਾ। ਤਾਂ ਉਸ ਦਾ ਰਿਜ਼ਲਟ ਆਪਣੇ ਕੋਲ cos 0 1 ਹੁੰਦਾ। ਤਾਂ ਆਪਣੇ ਕੋਲ ਇੱਥੇ ਆ ਗਿਆ E.ds1, ਇਸ ਦੀ ਇੰਟੀਗ੍ਰੇਸ਼ਨ is equal to q upon epsilon। ਤਾਂ ਹੁਣ ਫਸਟ ਜੋ ਕਰਵਡ ਸਰਫੇਸ ਏਰੀਆ ਹੁੰਦਾਗਾ ਉਸ ਦੀ ਇੰਟੀਗ੍ਰੇਸ਼ਨ ਕਰਦੇ ਆ, ਸਮਾਲ ਪਾਰਟ ਆ ਗਿਆ, ਇਸ ਨੂੰ ਜੇ ਆਪਾਂ ਇੰਟੀਗ੍ਰੇਟ ਕਰਦੇ ਤਾਂ ਪੂਰੇ ਦਾ ਪੂਰਾ ਜੋ ਸਿਲੰਡਰੀਕਲ ਸਰਫੇਸ ਹੈ ਉਸ ਦਾ ਕਰਵਡ ਪਾਰਟ ਆ ਗਿਆ। ਕਰਵਡ ਪਾਰਟ ਦਾ ਜੋ ਸਰਫੇਸ ਏਰੀਆ ਹੁੰਦਾ ਉਹ ਕਿੰਨਾ ਹੁੰਦਾਗਾ 2πrl। ਇੱਥੇ ਆ ਗਿਆ E into 2πrl q upon epsilon naught।
ਹੁਣ ਇੱਥੇ ਆਪਾਂ Q ਦੀ ਵੈਲਿਊ ਪੁੱਟ ਕਰਾਂਗੇ ਜੋ ਚਾਰਜ ਇਨਕਲੋਜ਼ਡ ਆਪਾਂ ਨੇ ਕੀਤਾ ਉਹ ਚਾਰਜ ਇਨਕਲੋਜ਼ਡ ਦੀ ਵੈਲਿਊ ਹੈ ਲੈਂਬਡਾ ਇਨਟੂ L। ਇੱਥੇ ਆਪਾਂ ਵੈਲਿਊ ਪੁੱਟ ਕਰਤੀ ਲੈਂਬਡਾ ਇਨਟੂ L ਬਾਈ ਐਪਸਾਈਲਨ ਨੋਟ। ਇੱਧਰ ਹੈ E ਇਨਟੂ 2 ਪਾਈ R L। L ਨਾਲ L ਕੈਂਸਲ ਆਊਟ ਹੋ ਗਿਆ ਤਾਂ ਆਪਣੇ ਕੋਲੇ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਦਾ ਜੋ ਫਾਰਮੂਲਾ ਹੈ ਉਹ ਕਿੰਨਾ ਆਇਆ 1/2 ਪਾਈ ਐਪਸਾਈਲਨ ਨੋਟ ਲੈਂਬਡਾ ਅਪੋਨ R। ये है इसका फाइनल आंसर इलेक्ट्रिक फील्ड इंटेंसिटी एट ए पॉइंट P which is at a distance R from the infinite length linear charged rod। जो thin charged rod तो infinite length दी होवे चाहे हो, ठीक है। इत्थे देखो फार्मूले दे विच L किते नहीं आया, ठीक है। ये है linear charge density तो ਇਹਦੇ ਕਰਕੇ ਜੋ लैम्बडा r डिस्टेंस ਤੇ ਪਿਆ ਬਤਾ ਇਹ ਫਾਰਮੂਲਾ ਉਸਦਾ ਹੈ ਇਲੈਕਟ੍ਰਿਕ ਫੀਲਡ ਇੰਟੈਂਸਿਟੀ 1/2 ਪਾਈ ਐਪਸਿਲਨ ਨੋਟ लैम्बडा अपॉन r। ਇਹਨੂੰ ਆਪਾਂ 1/4 ਪਾਈ ਐਪਸਿਲਨ ਨੋਟ ਦੀ ਟਰਮ ਦੇ ਵਿੱਚ ਕਿਸ ਤਰ੍ਹਾਂ ਲਿਖ ਸਕਦੇ ਹਾਂ ਕਿ ਜਿਵੇਂ ਆਪਾਂ ਆਮ ਫਾਰਮੂਲੇ ਪਹਿਲਾਂ ਲਿਖੇ ਨੇ ਇਸ ਨੂੰ ਆਪਾਂ ਇਸ ਤਰ੍ਹਾਂ ਵੀ ਲਿਖ ਸਕਦੇ ਹਾਂ ਕਿ E 1/4 ਪਾਈ ਐਪਸਿਲਨ ਨੋਟ 2 लैम्बडा बाय r। ਇਹ ਨਿਊਮੈਰੀਕਲਸ ਵਾਸਤੇ ਫਾਰਮੂਲੇ ਜਿਹੜੇ ਦੋਨੇ ਆਏ ਨੇ ਇਹ ਵੈਰੀ ਇੰਪੋਰਟੈਂਟ ਨੇ। ਨੀਟ ਦਾ ਐਗਜ਼ਾਮ ਹੋਵੇ ਚਾਹੇ ਹੋਵੇ JEE ਮੇਨਸ ਦਾ ਸਿੱਧਾ ਨਿਊਮੈਰੀਕਲ ਪੁੱਛਿਆ ਜਾ ਸਕਦਾ ਕਿ ਫਾਈਂਡ ਦਾ ਇਲੈਕਟ੍ਰਿਕ ਫੀਲਡ ਇੰਟੈਂਸਿਟੀ, ਠੀਕ ਹੈ, ਡਿਊ ਟੂ ਅ ਥਿਨ ਚਾਰਜ ਰੋਡ। ਉੱਥੇ ਆਪਾਂ ਨੇ ਆਹ ਫਾਰਮੂਲਾ ਅਪਲਾਈ ਕਰਨਾ ਹੋਊਗਾ ਜਾਂ ਆਹ ਫਾਰਮੂਲਾ ਅਪਲਾਈ ਕਰਨਾ ਹੋਊਗਾ। ਤਾਂ ਇਹ ਕੁਐਸਚਨ ਜੋ ਹੈ ਵੈਰੀ ਇੰਪੋਰਟੈਂਟ ਹੈ। ਕੀ ਹੈ ਸਿੰਪਲੀ ਸਟੈਪ ਨੇ, ਪਹਿਲਾਂ ਗੌਸ ਥਿਊਰਮ ਅਪਲਾਈ ਕਰੋ, ਉਸ ਦੇ ਜੋ ਸਰਫੇਸ ਏਰੀਆ ਨੇ ਉਹਨਾਂ ਨੂੰ ਤਿੰਨ ਹਿੱਸਿਆਂ 'ਚ ਡਿਵਾਈਡ ਕਰੋ, ਇੰਟੀਗ੍ਰੇਸ਼ਨ ਨੂੰ ਤਿੰਨ ਪਾਰਟਸ 'ਚ ਡਿਵਾਈਡ ਕਰੋ। ਦੇਖੋ ਇੱਥੇ ਮੈਂ ਇੰਟੀਗ੍ਰੇਸ਼ਨ ਦੇ ਵਿੱਚ ਕਲੋਜ਼ਡ ਸਰਫੇਸ ਕਰਕੇ ਤਾਂ ਸਰਕਲ ਪਾਇਆ ਸੀਗਾ। ਆਹ ਤਿੰਨ ਜੋ ਸਰਫੇਸ ਹੋ ਗਏ ਤਿੰਨੇ ਓਪਨ ਨੇ, ਠੀਕ ਹੈ। ਆਹ ਵਾਲਾ ਸਰਫੇਸ ਵੀ ਓਪਨ ਆ, ਇਹ ਵਾਲਾ ਵੀ ਓਪਨ ਆ, ਇਹ ਵਾਲਾ ਵੀ ਓਪਨ ਆ। ਕੱਲੇ ਕੱਲੇ ਕਰ ਦਿੱਤਾ, ਉਰੇ ਆਪਾਂ ਨੇ ਜ਼ੀਰੋ ਨਹੀਂ ਪਾਉਣੀ ਹੈਗੀ ਇੰਟੀਗ੍ਰੇਸ਼ਨ ਦੇ ਸਾਈਨ ਦੇ ਵਿੱਚ। ਇਹ ਗੱਲ ਥੋੜਾ ਜਿਹਾ ਧਿਆਨ ਦੇ ਵਿੱਚ ਰੱਖਣਾ ਹੈਗਾ। ਤਿੰਨ ਹਿੱਸੇ ਦੇ ਵਿੱਚ ਬ੍ਰੇਕ ਕਰਕੇ ਆਪਾਂ ਨੇ ਇਹਨਾਂ ਦੇ ਐਂਗਲ ਦੇਖੇ ਤਾਂ 0 ਆ 90 90 ਆ, ਉਹ 0 ਹੋ ਗਏ ਤਾਂ ਇਹ ਬਚ ਗਏ। ਤਾਂ ਟੋਟਲ ਸਰਫੇਸ ਏਰੀਆ 2πr ਕਰਕੇ ਆਪਣੇ ਕੋਲੇ ਸਿੰਪਲ ਆਨਸਰ ਆ ਗਿਆ। ਤਾਂ ਮੈਨੂੰ ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਟੌਪਿਕ ਚੰਗੀ ਤਰ੍ਹਾਂ ਸਮਝ ਲੱਗ ਗਿਆ ਹੋਊਗਾ। ਹੁਣ ਆਪਾਂ ਇਹਦੇ ਨਾਲ ਕਰ ਦਾਂਗੇ ਇੱਕ ਦੋ ਨਿਊਮੈਰੀਕਲ ਜੋ ਕਿ ਆਪਣੇ ਨੀਟ ਦੇ ਐਗਜ਼ਾਮ ਵਾਸਤੇ ਵੀ ਇੰਪੋਰਟੈਂਟ ਨੇ ਤੇ ਬੋਰਡ ਦੇ ਐਗਜ਼ਾਮੀਨੇਸ਼ਨ ਵਾਸਤੇ ਵੀ ਇੰਪੋਰਟੈਂਟ ਨੇ, JEE ਮੇਨਸ ਦੇ ਵਿੱਚ ਵੀ ਆ ਸਕਦੇ ਨੇ। ਦੇਖਦੇ ਹਾਂ ਹੁਣ ਅਗਲਾ ਨਿਊਮੈਰੀਕਲ। ਆਹ ਦੇਖੋ ਤੁਹਾਡੇ ਸਾਹਮਣੇ ਸਟੇਟਮੈਂਟ ਆ ਚੁੱਕੀ ਹੋਵੇਗੀ ਨਿਊਮੈਰੀਕਲ ਦੀ। ਸਟੇਟਮੈਂਟ ਦੇ ਵਿੱਚ ਆਪਣੇ ਕੋਲੇ ਗਿਵਨ ਹੈ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਜਿੰਨੀ ਹੈ ਉਹ ਹੈ 9 × 10⁴ न्यूटन पर कूलम। डिस्टेंस गिवन है r 4 सेंटीमीटर जिन्हों आप लिख लांगे 0.04 मीटर ऐसा यूनिट्स कन्वर्ट करके। आपने पता करना है लीनियर चार्ज डेंसिटी लैम्बडा। आपको लीनियर चार्ज डेंसिटी पता पूछा गया लैम्बडा। ਤਾਂ ਫਾਰਮੂਲਾ ਆਪਣੇ ਕੋਲ ਯਾਦ ਹੋਵੇ ਤਾਂ ਸਿੱਧਾ ਨਿਊਮੈਰੀਕਲ 1 ਮਿੰਟ ਦੇ ਵਿੱਚ ਨਿਕਲਿਆ ਹੋਊਗਾ। ਜੇਕਰ ਫਾਰਮੂਲਾ ਨਹੀਂ ਯਾਦ ਤਾਂ ਕੁਝ ਨਹੀਂ ਹੋ ਸਕਦਾ। ਤਾਂ ਫਾਰਮੂਲਾ ਕੀ ਆਪਣੇ ਕੋਲ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਡਿਊ ਟੂ ਅ ਥਿਨ ਚਾਰਜ ਰੋਡ ਕਿੰਨਾ ਹੁੰਦਾ 1/2 ਪਾਈ ਐਪਸਿਲਨ ਨੋਟ ਲੈਂਬਡਾ ਬਾਈ r। ਜਾਂ ਤਾਂ ਇਹ ਫਾਰਮੂਲਾ ਲਗਾ ਲਓ ਜਾਂ 2 ਨਾਲ ਮਲਟੀਪਲਾਈ ਕਰ ਦਿਓ ਨੀਚੇ ਤੇ ਉੱਪਰ ਤਾਂ ਆਪਣੇ ਕੋਲ ਆ ਗਿਆ 1/4 ਪਾਈ ਐਪਸਿਲਨ ਨੋਟ 2 ਲੈਂਬਡਾ ਬਾਈ r। ਤਾਂ ਆਪਾਂ ਇਹ ਫਾਰਮੂਲਾ ਲਾਵਾਂਗੇ ਕਿਉਂਕਿ ਇਸ ਦੀ ਵੈਲਿਊ ਆਪਾਂ ਨਿਊਮੈਰੀਕਲਸ ਦੇ ਵਿੱਚ ਪੁੱਟ ਕਰ ਦਿੰਦੇ 9 × 10⁹ ਠੀਕ ਹੈ ਇਸ ਦੀ ਵੈਲਿਊ। ਤੇ ਇੱਧਰ ਆਪਣੇ ਕੋਲ e ਦੀ ਵੈਲਿਊ ਗਿਵਨ ਹੈ 9 × 10⁴। ਲੈਂਬਡਾ ਆਪਾਂ ਨੇ ਪਤਾ ਕਰਨਾ ਤੇ 2 × ਲੈਂਬਡਾ ਬਾਈ r। r ਦੀ ਵੈਲਿਊ ਆਪਾਂ ਭਰਾਂਗੇ 0.04 ਮੀਟਰ। ਤੇ ਇੱਥੋਂ ਲੈਂਬਡਾ ਕਰਨਾ ਆਸਾਨ ਆ 9 ਨਾਲ 9 ਕੱਟ ਗਿਆ 10⁵ ਰਹਿ ਗਿਆ ਇੱਧਰ, ਠੀਕ ਆ। ਮਲਟੀਪਲਾਈ ਕਰ ਦੋ ਆਪਣੇ ਕੋਲ ਆ ਗਿਆ 0.04 is equal to 10⁵ into 2 into lambda। ये आ गया अपने को 4/100 into आ भी नीचे डिवाइड हो गया 10⁵ आ भी डिवाइड हो गया अपने को बच गया लीनियर चार्ज डेंसिटी लैम्बडा। तो आ गया 2 2 जा 4 2 डिवाइडेड बाय 10⁻7 ਜਾਂ ਕਹਿ ਲਓ ਲੈਂਬਡਾ ਇਜ਼ ਇਕੁਅਲ ਟੂ 2 × 10⁻⁻7। ਲੈਂਬਡਾ ਦੀ ਜੋ ਯੂਨਿਟ ਹੈ ਉਹ ਕੀ ਹੁੰਦੀ ਹੈ ਚਾਰਜ ਪਰ ਯੂਨਿਟ ਲੈਂਥ ਯਾਨੀ ਕਿ ਕੂਲਮ ਪਰ ਮੀਟਰ। ਇਹ ਸੀ ਆਪਣਾ ਆਨਸਰ ਸਿੰਪਲ ਨਿਊਮੈਰੀਕਲ ਦਾ। ਹੁਣ ਇਸ ਦੇ ਨਾਲ ਦੇ ਜਿੰਨੇ ਮਰਜ਼ੀ ਨਿਊਮੈਰੀਕਲ ਤੁਸੀਂ ਬਣਾ ਲਓ, ਕਦੇ ਡਿਸਟੈਂਸ ਨੂੰ
4 ਸੈਂਟੀਮੀਟਰ ਦੀ ਜਗ੍ਹਾ 2 ਸੈਂਟੀਮੀਟਰ ਕਰ ਦਿਓ, ਕਦੇ 8 ਸੈਂਟੀਮੀਟਰ ਕਰ ਦਿਓ, ਕਦੇ ਕਿੰਨਾ ਪੂਰੇ ਇਲੈਕਟ੍ਰਿਕ ਫੀਲਡ ਦੀ ਵੈਲਿਊ ਕਦੇ 10 ਦੀ ਪਾਵਰ 5 ਕਰ ਦਿਓ, ਕਦੇ 6 ਕਰ ਦਿਓ, ਕਦੇ 7 ਕਰ ਦਿਓ। ਠੀਕ ਹੈ, ਸਿੰਪਲ ਬਿਨਾ ਕੈਲਕੂਲੇਟਰ ਦੇ ਆਪਣੇ ਕੋਲੇ ਸੋਲਵ ਹੋਣ ਵਾਲਾ ਨੂਮੈਰੀਕਲ ਬੋਰਡ ਦੇ ਵਿੱਚ ਆਊਗਾ ਤੇ ਆਪਣੇ ਕੋਲੇ ਇਸ ਤਰ੍ਹਾਂ ਆਪਾਂ ਸਿੰਪਲ ਕਰ ਸਕਦੇ ਹਾਂ। ਠੀਕ, ਗੌਸ ਥਿਊਰਮ ਨਾਲ ਰਿਲੇਟਡ ਜੋ ਉਸਦੀ ਫਸਟ ਐਪਲੀਕੇਸ਼ਨ ਸੀਗਾ ਇਨਫਾਈਨਾਈਟ ਚਾਰਜ ਲੈਂਥ, ਇਨਫਾਈਨਾਈਟ ਲੈਂਥ ਦੀ ਜੋ ਰੋਡ ਹੋਵੇ ਆਪਣੇ ਕੋਲੇ, ਜਾਂ ਜਿਹਨੂੰ ਆਪਾਂ ਸਿਲੰਡਰੀਕਲ ਸ਼ੇਪ ਵੀ ਕਹਿ ਸਕਦੇ ਹਾਂ। ਠੀਕ ਹੈ, ਵਾਇਰ ਹੋ ਗਈ, ਸਿਲੰਡਰੀਕਲ ਰੋਡ ਹੋ ਗਈ, ਇਨਫਾਈਨਾਈਟ ਰੋਡ ਹੋ ਗਈ, ਹਨਾ, ਲੀਨੀਅਰ ਚਾਰਜ ਹੋ ਗਿਆ। ਇਹ ਸਾਰਿਆਂ ਦਾ ਆਨਸਰ ਸੇਮ ਹੀ ਹੈ, ਇਹੀ ਆਰਟੀਕਲ ਹੈ। ਠੀਕ ਹੈ, ਇਹਨਾਂ ਵਾਸਤੇ ਆਪਣੇ ਕੋਲੇ ਆਹ ਵਾਲਾ ਫਾਰਮੂਲਾ ਆਏਗਾ ਤੇ ਇਸ ਦੇ ਨਾਲ ਇੱਕ ਦੋ ਰਿਲੇਟਡ ਆਪਾਂ ਨੂਮੈਰੀਕਲ ਵੀ ਕਰ ਲਏ ਜੋ ਕਿ ਬੋਰਡ ਦੇ ਐਗਜ਼ਾਮੀਨੇਸ਼ਨ ਵਾਸਤੇ ਵੀ ਇੰਪੋਰਟੈਂਟ ਨੇ ਤੇ IIT JEE ਮੇਨ ਵਾਸਤੇ ਜਾਂ ਨੀਟ ਵਾਸਤੇ ਵੀ ਇੰਪੋਰਟੈਂਟ ਨੇ। ਮੈਨੂੰ ਹੁਣ ਉਮੀਦ ਹੈ ਕਿ ਤੁਹਾਨੂੰ ਅੱਜ ਦਾ ਟੌਪਿਕ ਸਮਝ ਲੱਗ ਗਿਆ ਹੋਵੇਗਾ। ਤੁਸੀਂ ਇਸ ਦੇ ਨਾਲ ਦੇ ਹੋਰ ਜਿੰਨੇ ਮਰਜ਼ੀ ਨੂਮੈਰੀਕਲ ਪ੍ਰੈਕਟਿਸ ਕਰੋ। ਜੇ ਕੋਈ ਪ੍ਰੋਬਲਮ ਆ ਤਾਂ ਕਮੈਂਟ ਬਾਕਸ ਦੇ ਵਿੱਚ ਮੈਨੂੰ ਤੁਸੀਂ ਪੁੱਛ ਸਕਦੇ ਹੋਗੇ। ਮਿਲਦੇ ਹਾਂ ਅਗਲੇ ਟੌਪਿਕ ਦੇ ਨਾਲ ਅਗਲੀ ਵੀਡੀਓ ਦੇ ਵਿੱਚ। ਬਾਏ ਬਾਏ।